ਕਲਮਾਂ ਦਾ ਕਾਫਲਾ ਸੰਸਥਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸਾਹਿਤ ਦੇ ਖੇਤਰ ਵਿੱਚ ਕਾਫੀ ਪ੍ਰਸ਼ੰਸਾਯੋਗ ਕਾਰਜ ਕੀਤੇ ਜਾ ਰਹੇ ਹਨ ਤੇ ਆਏ ਦਿਨ ਸੰਸਥਾ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕ ਕੇ ਕੈਨੇਡਾ ਵਿੱਚ ਸਾਹਿਤ ਸਿਰਜਿਆ ਜਾ ਰਿਹਾ ਹੈ ਤੇ ਇਸ ਮਕਸਦ ਨਾਲ ਸੰਤ ਸਿੰਘ ਸੇਖੋ ਹਾਲ ਵਿੱਚ ਇੱਕ ਕਾਵਿ ਸੰਗ੍ਰਹਿ ਪੁਸਤਕ ਲੋਕ ਅਰਪਣ ਕੀਤੀ ਗਈ ਜਿਸ ਦਾ ਨਾਮ ਹੈ ਤਾਰਿਆਂ ਤੋਂ ਪਾਰ। ਇਹ ਕਾਵਿ ਸੰਗ੍ਰਹਿ ਪਰਮਿੰਦਰ ਗੋਗੀ ਵੱਲੋਂ ਰਚਿਆ ਗਿਆ ਹੈ। ਦੱਸ ਦਈਏ ਕਿ ਪਰਮਿੰਦਰ ਗੋਗੀ ਪੰਜਾਬ ਦੇ ਉੱਗੇ ਨਾਵਲਕਾਰ ਸਵਰਗਵਾਸੀ ਜਸਵੰਤ ਸਿੰਘ ਹੋਰਾਂ ਦੀ ਭਤੀਜੀ ਵੀ ਹੈ। ਅੱਜ ਇੱਥੇ ਕਲਮਾਂ ਦੇ ਕਾਫਲੇ ਵੱਲੋਂ ਪਰਮਿੰਦਰ ਗੋਗੀ ਹੋਰੀ ਜੋ ਕਿ ਸਰਦਾਰ ਜਸਵੰਤ ਸਿੰਘ ਕੰਵਲ ਹੋਰਾਂ ਦੇ ਭਤੀਜੀ ਨੇ, ਉਹਨਾਂ ਦੀ ਦੂਸਰੀ ਕਿਤਾਬ ਤਾਰਿਆਂ ਤੋਂ ਪਾਰ ਇੱਕ ਕਾਵਿ ਪੁਸਤਕ ਹੈ ਜਿਸ ਨੂੰ ਰਿਲੀਜ਼ ਕੀਤਾ ਗਿਆ ਔਰ ਉਸ ਦੇ ਉੱਪਰ ਵਿਚਾਰ ਗੋਸ਼ਟੀ ਹੋਈ। ਬਹੁਤ ਸਾਰੇ ਵਿਦਵਾਨਾਂ ਨੇ ਇਸ ਦੇ ਵਿੱਚ ਪੇਪਰ ਪੜ੍ਹੇ ਔਰ ਪਰਮਿੰਦਰ ਗੋਗੀ ਦੀ ਕਵਿਤਾ ਬਾਰੇ ਬੜੀ ਵਧੀਆ ਚਰਚਾ ਜਿਹੜੀ ਹੈ ਅੱਜ ਕਾਫਲੇ ਦੇ ਵਿੱਚ ਹੋਈ ਹੈ ਔਰ ਮੇਰਾ ਖਿਆਲ ਹੈ ਕਿ ਹੋਰ ਵੀ ਵਿਦਵਾਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਇਸ ਤਰ੍ਹਾਂ ਦੀਆਂ ਸਾਹਿਤਕ ਵਿਚਾਰ ਗੋਸ਼ਟੀਆਂ ਜਿਹੜੀਆਂ ਹੁੰਦੀਆਂ ਰਹਿਣ, ਕਿਉਂਕਿ ਸਾਨੂੰ ਆਪਣੇ ਸਾਹਿਤ ਨੂੰ, ਆਪਣੀ ਪੰਜਾਬੀ ਬੋਲੀ ਨੂੰ, ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਮੇਰਾ ਖਿਆਲ ਹੈ ਕਿ ਕਲਮਾਂ ਦਾ ਕਾਫਲਾ ਇਸ ਵਾਸਤੇ ਭਰਪੂਰ ਯਤਨ ਕਰ ਰਿਹਾ। ਸੋ ਮੈਂ ਪਰਮਿੰਦਰ ਗੋਗੀ ਹੋਰਾਂ ਨੂੰ ਉਹਨਾਂ ਦੀ ਦੂਸਰੀ ਕਾਵਿ ਪੁਸਤਕ ਤਾਰਿਆਂ ਤੋਂ ਪਾਰ ਲਈ ਬਹੁਤ-ਬਹੁਤ ਵਧਾਈ ਦਿੰਦਾ। ਧੰਨਵਾਦ। ਕਲਮਾਂ ਦੇ ਕਾਫਲੇ ਵੱਲੋਂ ਮੇਰੀ ਕਿਤਾਬ ਰਿਲੀਜ਼ ਕੀਤੀ ਗਈ। ਮੈਂ ਸਾਰੇ ਸਾਹਿਤਕਾਰ ਭੈਣਾਂ ਭਰਾਵਾਂ ਦੀ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਉਹਨਾਂ ਦਾ। ਅੱਜ ਅਸੀਂ ਕਲਮਾਂ ਦੇ ਕਾਫਲੇ ਵੱਲੋਂ ਕਵਿੱਤਰੀ ਸੂਖਮ ਭਾਵੀ ਕਵਿੱਤਰੀ ਕਵਿੱਤਰੀ ਉਹਨਾਂ ਨੂੰ ਕਹਿ ਸਕਦੇ ਹਾਂ, ਉਹਨਾਂ ਦੀਆਂ ਕਵਿਤਾਵਾਂ ਨੂੰ ਤਾਰਿਆਂ ਦੇ ਪਾਰ ਕਾਵਿ ਸੰਗ੍ਰਹਿ ਜਿਹੜਾ ਉਹਨਾਂ ਦਾ ਅੱਜ ਇੱਥੇ ਅਸੀਂ ਕਲਮਾਂ ਦੇ ਕਾਫਲੇ ਵੱਲੋਂ ਰਿਲੀਜ਼ ਕੀਤਾ ਗਿਆ ਸੰਤ ਸਿੰਘ ਸੇਖੋ ਹਾਲ ਦੇ ਵਿੱਚ। ਅਤੇ ਜੇ ਆਪਾਂ ਗੱਲ ਕਰੀਏ ਕਵਿਤਾਵਾਂ ਦੀ, ਤਾਰਿਆਂ ਦੇ ਪਾਰ ਪਰਮਿੰਦਰ ਗੋਗੀ ਦੀਆਂ ਕਵਿਤਾਵਾਂ ਦੀ ਜੇ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਕਵਿਤਾਵਾਂ ਲਿਖਦੇ ਨੇ। ਇੱਕ ਔਰਤ ਹੋਣ ਦੇ ਨਾਤੇ ਉਹਨਾਂ ਦੀ ਜਿਹੜੀ ਕਵਿਤਾ ਆ ਵਿੱਚ ਔਰਤ ਦੀ ਵੇਦਨਾ ਦੀ ਬਾਤ ਪਾਉਂਦੀ ਹੈ। ਉੱਥੋਂ ਉਹਨਾਂ ਨੇ ਬਹੁਤ ਹੀ ਸਮਾਜਿਕ ਜਿਹੜੀਆਂ ਕਵਿਤਾਵਾਂ ਆ, ਉਹਨਾਂ ਦੀ ਕਵਿਤਾ ਦੇ ਵਿੱਚ ਹਰ ਪੱਖ ਨੂੰ ਉਹਨਾਂ ਨੇ ਛੂਹਿਆ ਹੈ, ਹਰ ਮੁੱਦੇ ਨੂੰ ਉਹਨਾਂ ਨੇ ਲਿਆ ਆ। ਔਰਤ ਮਨ ਦੀ ਵੇਦਨਾ ਤਾਂ ਉਹਨਾਂ ਨੇ ਵਿੱਚ ਉਹਦੀ ਗੱਲ ਕੀਤੀ ਹੈ। ਬਹੁਤ ਸੋਹਣੀਆਂ ਖੂਬਸੂਰਤ ਕਵਿਤਾਵਾਂ ਅਤੇ ਅੱਜ ਵੱਖਰੇ ਜਿਹੜੇ ਵਿਦਵਾਨਾਂ ਵੱਲੋਂ ਉਹਨਾਂ ਦੀ ਕਿਤਾਬ ਦੇ ਉੱਤੇ ਪੇਪਰ ਪੜ੍ਹੇ ਗਏ ਆ ਅਤੇ ਬਹੁਤ ਵਧੀਆ ਰਿਹਾ ਜੀ ਪ੍ਰੋਗਰਾਮ ਅੱਜ ਦਾ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਜਿਹੜੇ ਮਾਹੌਲ ਦੇ ਵਿੱਚ ਲੰਘ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕੋਵਿਡ-19 ਦੇ ਵਿੱਚ, ਉਹਦੇ ਵਿੱਚੋਂ ਅੱਜ ਅਸੀਂ ਨਿਕਲ ਕੇ ਦੂਸਰਾ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਗਿਆ। ਪਹਿਲਾਂ ਅਸੀਂ ਇੱਕ ਮਨਪ੍ਰੀਤ ਦੀ ਕਵਿਤਾ ਜਿਹੜੀ ਮਨਪ੍ਰੀਤ ਵੈਨਕੂਵਰ ਤੋਂ ਆਏ ਸੀ, ਉਹਨਾਂ ਨੂੰ ਅਸੀਂ ਇੱਥੇ ਰੂਬਰੂ ਕੀਤਾ ਸੀਗਾ। ਅਤੇ ਸੈਕਿੰਡ ਪ੍ਰੋਗਰਾਮ ਜਿਹੜਾ ਹੁਣ ਇਸ ਕੋਵਿਡ-19 ਤੋਂ ਬਾਅਦ ਜਿਹੜਾ ਸੈਕਿੰਡ ਪ੍ਰੋਗਰਾਮ ਕਲਮਾਂ ਦੇ ਕਾਫਲੇ ਨੇ ਇੱਥੇ ਕੀਤਾ ਆ। ਅਤੇ ਅੱਜ ਸਾਰੇ ਖੁਸ਼ ਵੀ ਬਹੁਤ ਆ, ਮਾਹੌਲ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕਿਉਂਕਿ ਸਾਰਿਆਂ ਨੂੰ ਚਾਅ ਆ ਮਨਾਂ ਦੇ ਵਿੱਚ, ਇੱਕ ਦੂਜੇ ਨੂੰ ਅਸੀਂ ਮਿਲ ਰਹੇ ਹਾਂ। ਅਤੇ ਪ੍ਰੋਗਰਾਮ ਖਤਮ ਵੀ ਹੋ ਗਿਆ ਪਰ ਜਿਹੜਾ ਅੱਜ ਸਾਰਿਆਂ ਦੇ ਮਨ ਦੇ ਵਿੱਚ ਖੁਸ਼ੀ ਆ, ਇੱਕ ਖੁਸ਼ੀ ਦੀ ਲਹਿਰ ਆ ਕਿ ਅਸੀਂ ਇੰਨੇ ਟਾਈਮ ਤੋਂ ਬਾਅਦ, ਅਸੀਂ ਇੰਨੇ ਵਕਤ ਤੋਂ ਬਾਅਦ ਅਸੀਂ ਸਾਰੇ ਇੱਕ ਦੂਜੇ ਨੂੰ ਮਿਲੇ ਹਾਂ। ਐਨਲਾਈਟ ਕਿਡਸ ਸੰਸਥਾ ਜੋ ਕਿ ਲੋੜਵੰਦ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਹਿਯੋਗ ਕਰਦੀ ਹੈ ਵੱਲੋਂ ਚਿੰਗਿਆਗੂਜੀ ਪਾਰਕ ਵਿੱਚ ਫੰਡਰੇਜ਼ਿੰਗ ਦੌੜ ਕਰਵਾਈ ਗਈ। ਰਨ ਫॉर ਐਜੂਕੇਸ਼ਨ ਨਾਮ ਦੀ ਇਸ ਦੌੜ ਵਿੱਚ 100 ਤੋਂ ਵਧੇਕ ਦੌੜਾਕਾਂ ਤੇ ਵਾਕਰਾਂ ਨੇ 5 ਅਤੇ 10 ਕਿਲੋਮੀਟਰ ਰਨ ਕਮ ਵਾਕ ਵਿੱਚ ਹਿੱਸਾ ਲਿਆ। ਇਸ ਸਾਲ ਪ੍ਰਬੰਧਕਾਂ ਵੱਲੋਂ ਇਸ ਰਕਮ ਨਾਲ ਕੈਨੇਡਾ ਦੇ ਮੂਲ ਵਾਸੀਆਂ ਦੇ ਬੱਚਿਆਂ ਦੇ ਲਈ ਸਕਾਲਰਸ਼ਿਪ ਆਰੰਭ ਕਰਨ ਦੀ ਯੋਜਨਾ ਉਲੀਕੀ ਗਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਪੌਲ ਬੇਂਸ ਅਤੇ ਮੈਂ ਐਨਲਾਈਟ ਲਾਈਫ ਆਫ ਕਿਡਸ ਇਨ ਨੀਡ ਆਰਗੇਨਾਈਜੇਸ਼ਨ ਵੱਲੋਂ ਹੈਗਾ। ਅਤੇ ਅੱਜ ਜਿਹੜਾ ਸਾਡਾ ਇਵੈਂਟ ਹੈਗਾ ਰਨ ਫॉर ਐਜੂਕੇਸ਼ਨ, ਇਹ ਸਾਡਾ ਚੌਥਾ ਐਨੂਅਲ ਇਵੈਂਟ ਹੈ ਅਤੇ ਅਸੀਂ ਹਰ ਸਾਲ ਕਰਦੇ ਹਾਂ। ਅਤੇ ਪਿਛਲੇ ਜਿਹੜੇ 3 ਇਵੈਂਟ ਉਹ ਅਸੀਂ ਡੈਡੀਕੇਟ ਕੀਤੇ ਸੀ ਬੱਚਿਆਂ ਨੂੰ ਆਪਣੇ ਪੰਜਾਬ ਅਤੇ ਹਰਿਆਣਾ ਦੇ ਵਿੱਚ, ਉਹਨਾਂ ਦੀ ਐਜੂਕੇਸ਼ਨ ਵਾਸਤੇ, ਉਹਨਾਂ ਦੀ ਬੁੱਕਸ, ਉਹਨਾਂ ਦੀ ਯੂਨੀਫਾਰਮਸ। ਐਤਕੀ ਅਸੀਂ ਥੋੜ੍ਹਾ ਜਿਹਾ ਆਪਣੇ ਨੂੰ ਰੀਫੋਕਸ ਕੀਤਾ ਅਤੇ ਲੋਕਲ ਕਾਜ਼ ਦੇ ਵਿੱਚ। ਅਤੇ ਅਨਫੋਰਚੂਨੇਟ ਇਵੈਂਟਸ ਪਿਛਲੇ ਸਾਲ ਦੇ ਵਿੱਚ ਤੁਸੀਂ ਦੇਖੇ ਹੋਣੇ, ਜਿਹੜੇ ਕਿ ਇੰਡੀਜਨਸ ਬੱਚਿਆਂ ਦੀ ਗ੍ਰੇਵਸ ਲੱਭੀਆਂ ਕੈਮਲੂਪਸ ਦੇ ਵਿੱਚ ਅਤੇ ਸਸਕੈਚੁਅਨ ਦੇ ਵਿੱਚ। ਸੋ ਦਿਸ ਈਅਰ ਐਤਕੀ ਆਪਣੀ ਗਵਰਨਮੈਂਟ ਨੇ ਵੀ ਟਰੂਥ ਐਂਡ ਰੀਕਨਸੀਲੀਏਸ਼ਨ ਦਾ ਸ਼ੁਰੂ ਕੀਤਾ। ਸੋ ਨੈਸ਼ਨਲ ਡੇ ਵਾਜ਼
देयर फर्स्ट टाइम 30 ਨੂੰ ਤੇ ਸਾਡਾ ਜਿਹੜਾ ਫੋਕਸ ਹੈ ਕਿ ਉਹ ਬੱਚਿਆਂ ਦੀ ਜਿਹੜੇ ਇੰਡੀਜੀਨਸ ਸਟੂਡੈਂਟਸ ਹੈ ਉਹਨਾਂ ਦੀ ਸਕਾਲਰਸ਼ਿਪ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਇਸ ਸਾਲ ਤੋਂ ਤੇ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈਗੀ ਇਟਸ ਬਿਗ ਆਰਗੇਨਾਈਜੇਸ਼ਨ ਇਨਸਪਾਇਰ ਤੇ ਟੋਰਾਂਟੋ 'ਚ ਬੇਸਡ ਹੈ ਤੇ ਸਾਰੇ ਕੈਨੇਡਾ ਦੇ ਇੰਡੀਜੀਨਸ ਬੱਚਿਆਂ ਦੀ ਐਜੂਕੇਸ਼ਨ ਦਾ ਉਹ ਕਰਦੇ ਨੇ ਕਵਰ ਸੋ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਕੋਲੈਬੋਰੇਟ ਕਰਕੇ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੋ ਵੀ ਵਿਲ ਬੀ ਡੂਇੰਗ ਸਕਾਲਰਸ਼ਿਪਸ ਗੋਇੰਗ ਫੋਰਵਰਡ ਐਤਕੀ ਜਿੰਨਾ ਵੀ ਕਰ ਸਕੇ ਅਸੀਂ ਐਤਕੀ ਉਹਨਾਂ ਨੂੰ ਪਲੈਜ ਕੀਤਾ ਸੀ $10,000 ਦਾ ਸੋ ਗੋਇੰਗ ਫੋਰਵਰਡ ਹੋਪਫੁਲੀ ਜ਼ਿਆਦਾ ਵੀ ਕਰ ਸਕਾਂਗੇ ਤੁਹਾਡੀ ਮਦਦ ਨਾਲ ਤੇ ਸਾਡੇ ਇਸ ਇਵੈਂਟ ਤੇ ਆਪਣੀ ਕਮਿਊਨਿਟੀ ਤਾਂ ਆਲਵੇਜ਼ ਸਾਡੇ ਸਾਥ ਦਿੰਦੇ ਰਹੀ ਹੈ ਤੇ ਆਰਗੇਨਾਈਜੇਸ਼ਨਸ ਜਿਵੇਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਾਲੇ ਟੋਰਾਂਟੋ ਪੀਅਰਸਨ ਰਨਰਸ ਕਲੱਬ ਵਾਲੇ ਤੇ ਹੋਰ ਆਰਗੇਨਾਈਜੇਸ਼ਨ ਇੱਕ ਹੋਰ ਐਤਕੀ ਆਏ ਸੀਗੇ ਜਿਹੜੇ ਡਰੱਗ ਅਬਿਊਜ਼ ਦੇ ਬਾਰੇ ਕੰਮ ਕਰ ਰਹੇ ਨੇ ਟੋਰਾਂਟੋ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਵਾਲੰਟੀਅਰਸ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਜੀਤ ਸਿੰਘ ਹੈ। ਅੱਜ ਅਸੀਂ ਰਨ ਫॉर ਐਜੂਕੇਸ਼ਨ ਇਨ ਲਾਈਟ ਦਾ ਪ੍ਰੋਗਰਾਮ ਲਿਖਿਆ ਸੀਗਾ ਇੱਥੇ ਭਾਜੀ ਵੱਲੋਂ ਪੌਲ ਬੈਂਸਨ ਵੱਲੋਂ ਤੇ ਉਹ ਅਟੈਂਡ ਕਰਨ ਆਏ ਸੀਗੇ ਤੇ ਬਹੁਤ ਵਧੀਆ ਲੱਗਿਆ ਤੇ ਫੰਡ ਰੇਜ਼ਿੰਗ ਕੀਤੀ ਹੈ ਬੱਚਿਆਂ ਵਾਸਤੇ ਜਿਹੜੇ ਐਜੂਕੇਸ਼ਨ ਹਾਇਰ ਐਜੂਕੇਸ਼ਨ ਵਾਸਤੇ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਅਸੀਂ ਇਸ 4th ਹੋ ਗਈ ਚੌਥਾ ਸਾਲ ਹੈ ਸਾਡਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿਹੜੇ ਆਏ ਆ ਸਾਡੇ ਟੋਰਾਂਟੋ ਪੀਅਰਸਨ 에ਅਰਪੋਰਟ ਕਲੱਬ ਤੋਂ ਵੀ ਆਏ ਸਾਰੇ ਮੈਂਬਰ ਤੇ ਸਾਰਿਆਂ ਨੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਰਿਹਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਅਸੀਂ ਤਾਂ ਜੀ ਵੀ ਸਾਰੇ ਆਉਣ ਤਾਂ ਕਿ ਘੱਟੋ ਘੱਟ ਕਮਿਊਨਿਟੀ 'ਚ ਅੱਗੇ ਤੁਸੀਂ ਸਿਹਤ ਵੀ ਤੁਸੀਂ ਸਾਰੇ ਐਜੂਕੇਟ ਹੋਵੋ ਤੇ ਤੁਹਾਨੂੰ ਪਤਾ ਹੈ ਪੈਂਡੈਮਿਕ ਚੱਲ ਰਿਹਾ ਬਾਹਰ ਨਿਕਲੋ ਥੋੜ੍ਹਾ ਬਹੁਤਾ ਵਾਕ ਕਰੋ ਐਕਸਰਸਾਈਜ਼ ਕਰੋ ਤਾਂ ਕਿ ਤੁਸੀਂ ਮੈਂਟਲੀ ਤੇ ਹੈਲਥੀ ਫਿਜ਼ੀਕਲੀ ਹੈਲਥੀ ਰਹੋ। ਥੈਂਕ ਯੂ ਜੀ, ਧੰਨਵਾਦ। ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਹਰ ਤਰ੍ਹਾਂ ਦੇ ਯਾਤਰੀਆਂ ਲਈ ਕੋਵਿਡ-19 ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਇਸ ਐਲਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰ ਪਬਲਿਕ ਪ੍ਰਸ਼ਾਸਨ ਵਿੱਚ ਸਾਰੇ ਸੰਘੀ ਕਰਮਚਾਰੀਆਂ ਨੂੰ 29 ਅਕਤੂਬਰ ਤੱਕ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾਉਣ ਲਈ ਕਿਹਾ ਗਿਆ ਹੈ। ਆਦੇਸ਼ ਮੁਤਾਬਿਕ ਜਿਹੜੇ ਲੋਕ ਪੂਰੀ ਤਰ੍ਹਾਂ ਨਾਲ ਟੀਕਾ ਨਹੀਂ ਲਗਵਾ ਪਾਏ ਹਨ ਜਾਂ ਉਸ ਤਰੀਕ ਤੱਕ ਆਪਣੇ ਟੀਕਾਕਰਨ ਦੀ ਸਥਿਤੀ ਦਾ ਖੁਲਾਸਾ ਨਹੀਂ ਕਰਦੇ ਹਨ ਉਹਨਾਂ ਨੂੰ ਬਿਨਾਂ ਤਨਖਾਹ ਦੇ ਪ੍ਰਬੰਧਕੀ ਛੁੱਟੀ ਤੇ ਰੱਖਿਆ ਜਾਵੇਗਾ। Proof of vaccination will be required by no later than the end of this month for all federal employees. And by mid-November, enforcement measures in place will make sure that everyone is vaccinated. This is about keeping people safe on the job and in their communities. And the same goes for the second commitment we made, mandatory vaccination on travel. By the end of October, everyone 12 or older on a plane or train within Canada should be fully vaccinated. There will be a short period where people who are in the process of getting vaccinated can show a negative COVID-19 test, but by the end of November, if you're 12 or older and want to fly or take the train, you'll have to be fully vaccinated, as will staff. Testing will no longer be an option before boarding. You deserve the freedom to be safe from COVID-19, to have your kids safe from COVID, to get back to the things you love. And if you haven't gotten your shots yet but want to travel this winter, let's be clear. There will only be a few extremely narrow exceptions, like a valid medical condition. For the vast, vast majority of people, the rules are very simple. To travel, you've got to be vaccinated. These travel measures, along with mandatory vaccination for federal employees, are some of the strongest in the world. Because when it comes to keeping you and your family safe, when it comes to avoiding lockdowns for everyone, this is no time for half measures. Already, we're delivering on the first of our vaccine commitments, and in the weeks to come, we'll get the job done on a vaccine passport for international travel. We'll be there to foot the bill for provinces and territories that roll out proof of vaccination programs, and we'll introduce legislation to make it a criminal offence to threaten or harass healthcare workers. ਕੈਨੇਡਾ ਵਿੱਚ ਇਸ ਹਫ਼ਤੇ ਥੈਂਕਸਗਿਵਿੰਗ ਪ੍ਰੋਗਰਾਮ ਵੱਡੇ ਪੱਧਰ ਉੱਤੇ ਉਲੀਕੇ ਜਾਂਦੇ ਹਨ, ਪਰ ਅਲਬਰਟਾ ਵਿੱਚ ਕੋਵਿਡ ਕਾਰਨ ਹਾਲਾਤ ਕਾਫੀ ਖਰਾਬ ਹਨ ਤੇ ਅਜਿਹੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਲੋਕਾਂ ਨੂੰ ਸੋਸ਼ਲ ਗੈਦਰਿੰਗ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਮੌਕੇ ਉਹਨਾਂ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
This weekend, of course, is Thanksgiving, a time when family and friends gather, usually around the table, indoors at home, to share a meal and give thanks for their blessings. Indoor gatherings last Thanksgiving sparked the second wave of COVID, with cases and hospitalizations surging after millions of Albertans celebrated in close contact with loved ones. We simply cannot afford a repeat scenario, not with this dangerous Delta variant that is still circulating and with our hospitals under such severe pressure. So all other rules remain the same, and if they're followed, we'll avoid the scenario that played out last fall. So my message is simple. Please follow the rules that are in place. To be blunt, no indoor social gatherings are permitted outside of a household for people who are unvaccinated. For those who are vaccinated, indoor social gatherings are limited to 2 households for up to 10 people who are age 12 or older. We are also lowering the maximum number of people permitted to participate in outdoor social gatherings from 200 to 20. I said before that we're making progress in our 4th wave fight, but we risk losing all of that progress and once again putting even more pressure on our overstressed hospitals if Albertans do not respect these critical public health rules over the days to come. ਕੋਵਿਡ ਕਾਰਨ ਲਗਾਈਆਂ ਗਈਆਂ ਹਦਾਇਤਾਂ ਕਾਰਨ ਕੁਝ ਲੋਕ ਕਾਫੀ ਪਰੇਸ਼ਾਨ ਨੇ ਤੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਜਦੋਂ ਕੋਵਿਡ ਖਿਲਾਫ ਲੜਾਈ ਲੜ ਰਹੇ ਫਰੰਟਲਾਈਨ ਵਰਕਰਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਡਾਕਟਰ ਕੈਥਰੀਨ ਸਮਾਰਟ ਨੇ ਮੌਜੂਦਾ ਹਾਲਾਤਾਂ ਦਾ ਪ੍ਰਗਟਾਵਾ ਵੀ ਕੀਤਾ। I think we want Canadians to understand that it is that bad. You know, the resounding feeling in the room last night was one of hopelessness. People in healthcare right now feel abandoned by government. They feel that the public isn't being told the truth about how bad things are in provinces like Alberta and Saskatchewan. And they're not feeling as though our leaders are stepping up to really own this problem and work with healthcare providers to find solutions. So what we heard yesterday, particularly from people working in Alberta, is they're being told, the public's being told things like ICU capacities at 84%. But what they aren't being told is that that is 84% of beds that have been added. So physical beds, but no human health resource attached to that bed. So when you actually look at the capacity in Alberta, it's about 180% of what it would normally be. So these beds that the government is describing as available for critical care, they're not actually staffed by anyone who can provide critical care. And that's what the gaslighting feels like to healthcare providers. There's no recognition that we do not have the resources to provide the standard of care that we would normally provide to people in that province. And they want governments to acknowledge that and actually work towards real solutions. We are already seeing that, Evan, and that was a strong message last night from our colleagues in nursing. They are seeing attrition in their profession like they've never seen before. And the people that are left behind are right now actively considering how to leave the profession. So the inability to retain the skilled healthcare providers we have already in this country leads us to a whole nother level of crisis because we do not have human resource planning that clearly lays out a path to A, increase the number of people that we have, and B, even add more people if we lose a significant number of people that are already in the system. So that attrition, that is a real threat to sustainability.